हेलो जी, सत श्री अकाल, नमस्कार। मैं अंकुर सोनी ਵੈਲਕਮ ਕਰਾਂ ਤੁਹਾਡਾ ਸਭ ਦਾ ਸਤਲੁਜ ਆਨਲਾਈਨ ਕਲਾਸਿਸ ਦੇ YouTube ਪਲੇਟਫਾਰਮ ਤੇ। ਤਾਂ ATT ਸੈਕੰਡ ਪੇਪਰ ਦੀ ਪ੍ਰੀਪਰੇਸ਼ਨ ਆਪਾਂ ਕਰ ਰਹੇ ਹਾਂ, ਜਿਹਦੇ ਵਿੱਚ ਜੀਓਗ੍ਰਾਫੀ ਦਾ ਚੈਪਟਰ ਨੰਬਰ 2 ਦੀ ਧਰਾਤਲ ਦੀ ਜਿਹੜੀ ਹੈ ਆਪਣੀ ਸੈਕੰਡ ਕਲਾਸ ਹੈ। ਤੇ ਫਸਟ ਕਲਾਸ ਦੇ ਅੰਦਰ ਆਪਾਂ ਹਿਮਾਲਯੀ ਪਰਬਤੀ ਖੇਤਰ ਦੇ ਬਾਰੇ ਡਿਟੇਲ ਦੇ ਅੰਦਰ ਸਟੱਡੀ ਕਰ ਲਿਆ ਸੀਗਾ। ਤਾਂ ਜਿਨ੍ਹਾਂ ਨੇ ਵੀ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਤਲੁਜ ਆਨਲਾਈਨ ਕਲਾਸਿਸ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਦਬਾ ਲਵੋ ਤਾਂ ਕਿ ਆਉਣ ਵਾਲੇ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਚਲੋ ਸਟਾਰਟ ਕਰਦੇ ਹਾਂ ਕਲਾਸ ਨੂੰ। ਅੱਜ ਦਾ ਟੌਪਿਕ ਹੈ ਜੀ ਆਪਣਾ ਉੱਤਰੀ ਵਿਸ਼ਾਲ ਮੈਦਾਨ। ਤਾਂ ਕੀ ਹੈ, ਸਟੱਡੀ ਕਰਦੇ ਹਾਂ। ਇਹ ਮੈਦਾਨ ਪੱਛਮ ਵਿੱਚ ਸਿੰਧ ਨਦੀ ਤੋਂ ਲੈ ਕੇ ਪੂਰਬ ਵਿੱਚ ਬ੍ਰਹਮਪੁੱਤਰ ਨਦੀ ਤੱਕ ਫੈਲਿਆ ਹੋਇਆ ਹੈ। ਇਹ ਸਾਰਾ ਮੈਦਾਨ ਦਰਿਆਵਾਂ ਦੀਆਂ ਨਿਖੇਪਨ ਕਿਰਿਆ ਦੁਆਰਾ ਨਿਰਮਿਤ ਹੋਇਆ ਹੈ। ਇਸ ਵਿੱਚ ਹੇਠ ਲਿਖੇ ਜਲੋਢੀ ਮੈਦਾਨਾਂ ਦਾ ਨਿਰਮਾਣ ਹੋਇਆ ਹੈ। ਤਾਂ ਕੀ ਕਹਿੰਦਾ ਹੈ ਪੈਰਾਗ੍ਰਾਫ, ਤਾਂ ਇਹਦੇ ਵਿੱਚ ਬੇਸਿਕ ਗੱਲ ਇਹ ਹੈ ਕਿ ਜੋ ਉੱਤਰੀ ਵਿਸ਼ਾਲ ਮੈਦਾਨ ਨੇ ਇਹ ਹਿਮਾਲਿਆ ਪਰਬਤ ਦੇ ਅੰਦਰ ਜੋ ਨਦੀਆਂ ਵਹਿ ਰਹੀਆਂ ਨੇ, ਜੋ ਕਿ ਆਪਣੇ ਮੈਦਾਨੀ ਇਲਾਕੇ ਵਿੱਚ ਆਉਂਦੀਆਂ ਨੇ, ਤੇ ਨਦੀਆਂ ਦੇ ਬਹਾਵ ਦੇ ਨਾਲ ਜੋ ਮਿੱਟੀ, ਕੰਕੜ, ਬਜਰੀ, ਪੱਥਰ ਜੋ ਵੀ ਨਾਲ ਆਉਂਦਾ ਹੈ, ਉਹਨਾਂ ਦੇ ਨਾਲ ਜੋ ਮੈਦਾਨਾਂ ਦਾ ਨਿਰਮਾਣ ਹੋਇਆ ਹੈ ਉਹਨੂੰ ਕੀ ਕੀਤਾ ਗਿਆ ਹੈ, ਉਹਨੂੰ ਕਿਹਾ ਗਿਆ ਹੈ ਜੀ ਆਪਣੇ ਜਲੋਢੀ ਮੈਦਾਨ ਕਿਹਾ ਗਿਆ ਹੈ। ਜਲੋਢੀ ਦਾ ਮਤਲਬ ਹੋਇਆ ਕਿ ਜਲ ਦੁਆਰਾ ਢੋ ਕੇ ਲਿਆਈ ਗਈ ਜੋ ਮਿੱਟੀ ਹੈ, ਜੋ ਕੰਕੜ, ਬਜਰੀ ਹੈ, ਯਾਨੀ ਕਿ ਨਦੀਆਂ ਦੇ ਜਲ ਦੁਆਰਾ ਢੋ ਕੇ ਲਿਆਈ ਗਈ ਮਿੱਟੀ ਦੇ ਨਿਰਮਾਣ ਨਾਲ ਜੋ ਮੈਦਾਨ ਬਣੇ ਉਹਨਾਂ ਨੂੰ ਕੀ ਕਿਹਾ ਗਿਆ, ਜਲੋਢੀ ਮੈਦਾਨ ਜਾਂ ਫਿਰ ਉੱਤਰੀ ਵਿਸ਼ਾਲ ਮੈਦਾਨ। ਤੇ ਇਹਨਾਂ ਨੂੰ ਜਿਹੜਾ ਹੈ ਅੱਗੇ ਇਹਨਾਂ ਦੀ ਜਿਹੜੀ ਹੈ ਅੱਗੇ ਵੰਡ ਕੀਤੀ ਗਈ ਹੈ, ਇਹਨਾਂ ਨੂੰ ਜਿਹੜਾ ਹੈ ਵਰਗੀਕਰਨ ਕੀਤਾ ਗਿਆ ਹੈ। ਤਾਂ ਆਪਾਂ ਸਟੱਡੀ ਕਰਦੇ ਹਾਂ ਅੱਗੇ। ਉਹ ਜੀ ਖਾਦਰ ਦੇ ਮੈਦਾਨ, ਠੀਕ ਹੈ। ਤਾਂ ਜਲੋਢੀ ਮੈਦਾਨਾਂ ਦਾ ਜਿਹੜਾ ਪਹਿਲਾ ਵਰਗੀਕਰਨ ਹੈ ਉਹਨੂੰ ਕਹਿੰਦੇ ਨੇ ਖਾਦਰ ਦੇ ਮੈਦਾਨ। ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੇ ਦਰਿਆਵਾਂ ਵਿੱਚ ਹਰੇਕ ਸਾਲ ਹੜ੍ਹ ਆ ਜਾਣ ਕਰਕੇ ਮਿੱਟੀ ਦੀਆਂ ਨਵੀਆਂ ਤਹਿਾਂ ਵਿੱਚ ਜਾਂਦੀਆਂ ਨੇ। ਇਸੇ ਨਾਲ ਖਾਦਰ ਦੇ ਮੈਦਾਨ ਦਾ ਨਿਰਮਾਣ ਹੁੰਦਾ ਹੈ, ਯਾਨੀ ਕਿ ਹਰ ਸਾਲ ਜਿਹੜਾ ਆਪਣੇ ਯੂਪੀ, ਬਿਹਾਰ ਜਾਂ ਪੱਛਮੀ ਬੰਗਾਲ ਯਾਨੀ ਕਿ ਵੈਸਟ ਬੰਗਾਲ ਦੇ ਅੰਦਰ ਜਦੋਂ ਵੀ ਵਰਖਾ ਰਿਤੂ 'ਚ ਜਾਂ ਸਰਦੀ ਜਿਹੜੇ ਉਹ ਹੜ੍ਹ ਆਉਂਦੇ ਨੇ ਜਾਂ ਫਿਰ ਬਾੜ ਆਉਂਦੀ ਹੈ, ਤਾਂ ਕੀ ਹੁੰਦਾ ਹੈ ਕਿ ਜੋ ਨਦੀਆਂ ਪਾਣੀ ਲੈ ਕੇ ਆਉਂਦੀਆਂ ਨੇ ਤਾਂ ਪਾਣੀ ਦੇ ਨਾਲ ਨਾਲ ਨਵੀਆਂ ਜਿਹੜੀਆਂ ਮਿੱਟੀ ਵੀ ਨਾਲ ਉਹਨਾਂ ਦੇ ਆਉਂਦੀ ਹੈ, ਤੇ ਉਹ ਮਿੱਟੀ ਜਿਹੜੀ ਹੈ ਆਪਣੇ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਾਲੇ ਇਲਾਕੇ 'ਚ ਨਵੀਆਂ ਤਹਿਾਂ ਮਿੱਟੀ ਦੀਆਂ ਬਣ ਜਾਂਦੀਆਂ ਨੇ, ਜਿਹਦੇ ਕਰਕੇ ਉਹ ਇਲਾਕਾ ਕੀ ਕਹਿੰਦੇ ਨੇ, ਉਹਨੂੰ ਖਾਦਰ ਦਾ ਮੈਦਾਨ। ਇਹਨੂੰ ਕਹਿੰਦੇ ਨੇ ਨਵੀਂ ਜਲੋੜ ਮਿੱਟੀ। ਨਵੀਂ ਕਿਉਂਕਿ ਹਰ ਸਾਲ ਬਾੜ ਦੇ ਨਾਲ ਜਿਹੜੀ ਮਿੱਟੀ ਹੈ ਨਵੀਂ ਆਉਂਦੀ ਹੈ, ਤਾਂ ਇਸ ਕਰਕੇ ਇਹਨੂੰ ਨਵੀਂ ਜਲੋੜ ਮਿੱਟੀ ਵੀ ਆਖਿਆ ਜਾਂਦਾ ਹੈ। ਤੇ ਜਿਹੜੀ ਖਾਦਰ ਦੇ ਮੈਦਾਨ ਹੁੰਦੇ ਨੇ ਇਹ ਜੀ ਬਹੁਤ ਜ਼ਿਆਦਾ ਕੀ ਹੁੰਦੇ ਨੇ, ਉਪਜਾਊ ਹੁੰਦੇ ਨੇ। ਇਹਨਾਂ ਵਿੱਚ ਆਪਾਂ ਜਿਹੜੀ ਹੈ ਆਰਗੈਨਿਕ ਖੇਤੀ ਕਰ ਸਕਦੇ ਹਾਂ ਇਹਨਾਂ ਮੈਦਾਨਾਂ ਦੇ ਵਿੱਚ, ਕਿਉਂਕਿ ਇਹਨਾਂ ਦੇ ਅੰਦਰ ਆਏ ਸਾਲ ਜਿਹੜੀ ਹੈ ਹੜ੍ਹ ਦੇ ਦੁਆਰਾ ਨਵੀਂ ਮਿੱਟੀ ਜਿਹੜੀ ਹੈ ਇੱਥੇ ਆਉਂਦੀ ਹੈ, ਤੇ ਉਹ ਬਹੁਤ ਜ਼ਿਆਦਾ ਜਿਹੜੀ ਆਪਣੇ ਉਪਜਾਊ ਹੁੰਦੀ ਹੈ, ਉਸ 'ਤੇ ਜਿਹੜੀ ਫਸਲ ਅੱਛੀ ਹੋ ਸਕਦੀ ਹੈ। ਤੇ ਪੰਜਾਬ ਵਿੱਚ ਅਜਿਹੇ ਮੈਦਾਨੀ ਖੇਤਰਾਂ ਨੂੰ ਬੇਟ ਦੇ ਖੇਤਰ ਕਿਹਾ ਜਾਂਦਾ ਹੈ, ਠੀਕ ਹੈ ਜੀ। ਤਾਂ ਇਹ ਇੰਪੋਰਟੈਂਟ ਪੁਆਇੰਟ ਹੈ ਕਿ ਇਹ ਬੇਟ। ਤਾਂ ਖਾਦਰ ਦੇ ਮੈਦਾਨਾਂ ਨੂੰ ਪੰਜਾਬ ਦੇ ਵਿੱਚ ਬੇਟ ਨਾਮ ਤੋਂ ਜਿਹੜਾ ਹੈ ਜਾਣਿਆ ਜਾਂਦਾ ਹੈ, ਠੀਕ ਹੈ। ਕੁਐਸਚਨ ਇਹ ਬਣ ਸਕਦਾ ਹੈ ਕਿ ਖਾਦਰ ਦੇ ਮੈਦਾਨਾਂ ਦਾ ਪੰਜਾਬ ਵਿੱਚ ਕੀ ਨਾਂ ਹੈ ਜਾਂ ਕਿਸ ਨਾਮ ਤੋਂ ਜਾਣਿਆ ਜਾਂਦਾ ਹੈ, ਤਾਂ ਆਨਸਰ ਹੋਏਗਾ ਬੇਟ। ਜਾਂ ਫਿਰ ਕੁਐਸਚਨ ਬਣ ਸਕਦਾ ਹੈ ਕਿ ਖਾਦਰ ਦੇ ਮੈਦਾਨ ਜਾਂ ਫਿਰ ਜਲੋੜ ਮਿੱਟੀ ਦੁਆਰਾ ਨਿਰਮਿਤ ਕਿਹੜੇ ਮੈਦਾਨ ਜਿਹੜੇ ਨੇ ਵਾਧੂ ਉਪਜਾਊ ਹੁੰਦੇ ਨੇ, ਤਾਂ ਆਨਸਰ ਹੋਏਗਾ ਜੀ ਆਪਣਾ ਖਾਦਰ ਦੇ ਮੈਦਾਨ ਜਿਹੜੇ ਨੇ ਵਾਧੂ ਉਪਜਾਊ ਹੁੰਦੇ ਨੇ। ਨੈਕਸਟ ਪੁਆਇੰਟ ਹੈ ਆਪਣਾ ਬਾਂਗਰ ਦੇ ਮੈਦਾਨ, ਠੀਕ ਹੈ। ਬਾਂਗਰ ਦੇ ਮੈਦਾਨ। ਤਾਂ ਦੇਖੋ ਜਿੰਨੇ ਵੀ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੇ ਹਰ ਕਲਾਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤੇ ਕਲਾਸ ਨੂੰ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਤੇ ਕੋਈ ਕਨਫਿਊਜ਼ਨ ਹੋਏ ਤੁਸੀਂ ਕਮੈਂਟ ਵੀ ਕਰ ਸਕਦੇ ਹੋ, ਠੀਕ ਹੈ ਜੀ। ਤਾਂ ਟੌਪਿਕ ਅਗਲਾ ਬਾਂਗਰ ਦੇ ਮੈਦਾਨ। ਪੁਰਾਣੀ ਜਲੋੜ ਮਿੱਟੀ ਨਾਲ ਬਣੇ ਖੇਤਰਾਂ ਨੂੰ ਬਾਂਗਰ ਦੇ ਮੈਦਾਨ ਕਹਿੰਦੇ ਹਨ। ਇਹ ਖੇਤਰ ਖਾਦਰ ਮੈਦਾਨਾਂ ਤੋਂ ਘੱਟ ਉਪਜਾਊ ਹਨ। ਪੰਜਾਬ, ਹਰਿਆਣੇ ਤੇ ਉੱਤਰਾਂਚਲ ਵਿੱਚ ਇਹਨਾਂ ਨੂੰ ਰੇ ਕਲਰ ਜਾਂ ਢਾਇਆ ਵੀ ਕਿਹਾ ਜਾਂਦਾ ਹੈ, ਯਾਨੀ ਕਿ ਖਾਦਰ ਮੈਦਾਨ ਜੋ ਸੀ, ਜੋ ਉਹਦੀ ਇੱਕ ਵਿਸ਼ੇਸ਼ਤਾ ਸੀ, ਉਸ ਦੇ ਅਪੋਜਿਟ ਜਿਹੜੇ ਨੇ ਉਹ ਬਾਂਗਰ ਦੇ ਮੈਦਾਨ ਨੇ। ਖਾਦਰ ਦੇ ਮੈਦਾਨਾਂ ਦੇ ਅੰਦਰ ਕੀ ਸੀ, ਆਏ ਸਾਲ ਨਵੀਂ ਮਿੱਟੀ ਪਾਣੀ ਦੇ ਨਾਲ ਆਉਂਦੀ ਸੀ, ਇਸ ਕਰਕੇ ਬਹੁਤ ਜ਼ਿਆਦਾ ਉਪਜਾਊ ਸੀ। ਪਰ ਲੇਕਿਨ ਬਾਂਗਰ ਦੇ ਅੰਦਰ ਕੀ ਹੈ, ਜੋ ਬਾਂਗਰ ਦੇ ਮੈਦਾਨ ਨੇ ਉਹਨਾਂ ਵਿੱਚ ਜਿਹੜੀ ਜਲੋੜ ਮਿੱਟੀ ਹੈ ਉਹ ਪੁਰਾਣੀ ਹੈ, ਜਿਹੜੀ ਨਵੀਂ ਮਿੱਟੀ ਹੈ ਬਹੁਤ ਘੱਟ ਆਉਂਦੀ ਹੈ। ਇਸ ਕਰਕੇ ਬਾਂਗਰ ਦੇ ਜਿਹੜੇ ਮੈਦਾਨ ਨੇ ਉਹ ਘੱਟ ਉਪਜਾਊ ਨੇ, ਉਹਨਾਂ ਦੇ ਵਿੱਚ ਆਪਾਂ ਨੂੰ ਜਿਹੜੀ ਹੈ ਖਾਦ ਮਿਕਸ ਕਰਨੀ ਪੈਂਦੀ ਹੈ। ਪਰ ਲੇਕਿਨ ਇਸ ਦੇ ਉਲਟ ਖਾਦਰ ਦੇ ਮੈਦਾਨਾਂ ਦੇ ਅੰਦਰ ਜਿਹੜੀ ਹੈ ਬਹੁਤ ਜ਼ਿਆਦਾ ਉਪਜਾਊਪਨ ਹੁੰਦਾ ਹੈ ਤੇ ਨੈਚੁਰਲ ਜਿਹੜੀ ਖੇਤੀ ਉਹਦੇ 'ਚ ਹੋ ਸਕਦੀ ਹੈ। ਤੇ ਬਾਂਗਰ ਦੇ ਜਿਹੜੇ ਮੈਦਾਨ ਨੇ ਇਹ ਅਧਿਕਤਰ ਆਪਣੇ ਪੰਜਾਬ, ਹਰਿਆਣੇ ਤੇ ਉੱਤਰਾਂਚਲ ਵਾਲੇ ਜਾਂ ਉੱਤਰਾਖੰਡ ਵਾਲੇ ਇਲਾਕਿਆਂ 'ਚ ਪਾਏ ਜਾਂਦੇ ਨੇ। ਤੇ ਅਲੱਗ-ਅਲੱਗ ਜਿਹੜੇ ਨੇ ਪੰਜਾਬ ਦੇ ਅੰਦਰ ਇਹਨੂੰ ਰੇ, ਹਰਿਆਣੇ 'ਚ ਕਲਰ ਜਾਂ ਫਿਰ ਉੱਤਰਾਂਚਲ 'ਚ ਇਹਨੂੰ ਢਾਇਆ ਵੀ ਕਿਹਾ ਜਾਂਦਾ ਹੈ, ਠੀਕ ਹੈ। ਇਹ ਜੋ ਮੇਨ ਪੁਆਇੰਟ ਤੁਸੀਂ ਇੱਕ ਯਾਦ ਰੱਖਣਾ ਹੈ ਕਿ ਬਾਂਗਰ ਦੇ ਮੈਦਾਨ ਕੀ ਨੇ, ਘੱਟ ਉਪਜਾਊ, ਤੇ ਖਾਦਰ ਦੇ ਵੱਧ ਉਪਜਾਊ। ਨੈਕਸਟ ਪੁਆਇੰਟ ਹੈ ਭਾਬਰ ਦੇ ਮੈਦਾਨ। ਕਿਹੜੇ,
ਭਾਬਰ ਦੇ ਮੈਦਾਨ ਕਿਹੜੇ ਹੁੰਦੇ ਨੇ ਤਾਂ ਹਿਮਾਲਿਆ ਦੀ ਨਦੀਆਂ ਦੁਆਰਾ ਰੇਤਾ ਕੰਕੜ ਬਜਰੀ ਪੱਥਰ ਆਦਿ ਦੇ ਜਮਾ ਨਾਲ ਜੋ ਮੈਦਾਨ ਹੋਂਦ ਵਿੱਚ ਆਉਂਦੇ ਹਨ ਉਸ ਨੂੰ ਭਾਬਰ ਜਾਂ ਘਾੜ ਦੇ ਮੈਦਾਨ ਕਿਹਾ ਜਾਂਦਾ ਹੈ। ਯਾਨੀ ਕਿ ਕੀ ਹੋਇਆ ਕਿ ਹਿਮਾਲਿਆ ਦੇ ਵਿੱਚ ਜੋ ਨਦੀਆਂ ਵਹਿ ਰਹੀਆਂ ਨੇ ਉਹਨਾਂ ਦੁਆਰਾ ਜਿਹੜਾ ਮਿੱਟੀ ਵੀ ਆਉਂਦੀ ਹੈ, ਰੇਤਾ ਵੀ, ਕੰਕੜ ਤੇ ਬਜਰੀ, ਤੇ ਜਿਹੜੇ ਇਲਾਕੇ ਦੇ ਅੰਦਰ ਕੰਕੜ ਬਜਰੀ ਆਦਿ ਮਤਲਬ ਜ਼ਿਆਦਾ ਆ ਜਾਂਦੇ ਨੇ ਤਾਂ ਉਹਨੂੰ ਕਹਿੰਦੇ ਨੇ ਭਾਬਰ ਦੇ ਮੈਦਾਨ। ਉਸ ਮੈਦਾਨ ਨੂੰ ਨਾਮ ਦੇਤਾ ਭਾਬਰ ਦਾ ਮੈਦਾਨ। ਤੇ ਉਹ ਜਿਹੜਾ ਮੈਦਾਨ ਹੈ ਉਹ ਘੱਟ ਉਪਜਾਊ ਹੋਊਗਾ ਕਿਉਂਕਿ ਉੱਥੇ ਮਿੱਟੀ ਘੱਟ ਹੈ। ਉੱਥੇ ਜਿਹੜਾ ਇੱਕ ਮੇਨ ਸੋਰਸ ਹੁੰਦਾ ਹੈ ਆਪਣੇ ਕ੍ਰਿਸ਼ੀ ਦਾ, ਮਿੱਟੀ ਉਹ ਘੱਟ ਹੈ। ਤੇ ਉਹਦੇ ਆਪੋਜਿਟ ਉਹਦੇ ਅੰਦਰ ਕੰਕੜ ਤੇ ਬਜਰੀ ਤੇ ਜਿਹੜੀ ਰੇਤ ਹੈ ਉਹਦੀ ਮਾਤਰਾ ਜ਼ਿਆਦਾ ਹੈ। ਇਸ ਕਰਕੇ ਭਾਬਰ ਦੇ ਮੈਦਾਨ ਵੀ ਕੀ ਹੁੰਦੇ ਨੇ, ਘੱਟ ਉਪਜਾਊ ਹੁੰਦੇ ਨੇ, ਉੱਥੇ ਖੇਤੀ ਕਰਨ ਲਾਇਕ ਭੂਮੀ ਨਹੀਂ ਹੁੰਦੀ। ਨੈਕਸਟ ਹੈ ਜੀ ਆਪਣਾ ਤਰਾਈ ਦੇ ਮੈਦਾਨ। ਤਰਾਈ ਦੇ ਮੈਦਾਨ ਦੇ ਅੰਦਰ ਆਪਾਂ ਪੜ੍ਹ ਰਹੇ ਹਾਂ ਕਿ ਨਦੀਆਂ ਦੇ ਪਾਣੀ ਦਾ ਇਕੱਠਾ ਹੋ ਜਾਣ ਕਰਕੇ ਦਲਦਲੀ ਖੇਤਰ ਬਣ ਜਾਂਦੇ ਹਨ, ਜਿਸ ਕਰਕੇ ਇੱਥੇ ਸੰਘਣੇ ਵਣ ਤੇ ਜੰਗਲੀ ਜੀਵਾਂ ਦੀ ਭਰਮਾਰ ਹੋ ਜਾਂਦੀ ਹੈ। ਤਰਾਈ ਦਾ ਮੈਦਾਨ ਅਖਵਾਉਂਦੀ ਹੈ। ਯਾਨੀ ਕਿ ਇਹ ਐਸੇ ਮੈਦਾਨ ਨੇ ਜਿਹਦੇ ਅੰਦਰ ਕੀ ਹੁੰਦਾ ਹੈ ਕਿ ਨਦੀਆਂ ਦਾ ਪਾਣੀ ਜਿਹੜਾ ਹੈ ਬਹੁਤ ਲੰਬੇ ਟਾਈਮ ਤੱਕ ਜਿਹੜਾ ਹੈ ਇਕੱਠਾ ਹੋ ਜਾਂਦਾ ਹੈ ਤੇ ਇਸੇ ਕਰਕੇ ਇਹਦੇ ਅੰਦਰ ਜਿਹੜੇ ਹੈ ਸੰਘਣੇ ਜਿਹੜੀ ਹੈ ਵਨਸਪਤੀ ਉੱਗ ਪੈਂਦੀ ਹੈ। ਠੀਕ ਹੈ, ਅਲੱਗ-ਅਲੱਗ ਪ੍ਰਕਾਰ ਦੇ ਅਲੱਗ-ਅਲੱਗ ਪ੍ਰਜਾਤੀ ਜਿਹੜੀ ਹੈ ਇਹਦੇ ਅੰਦਰ ਪੇੜ ਪੌਦੇ ਉੱਗ ਪੈਂਦੇ ਨੇ ਤੇ ਨਾਲ ਦੀ ਨਾਲ ਜਿਹੜੇ ਜੰਗਲੀ ਜੀਵ ਨੇ ਯਾਨੀ ਕਿ ਕੀੜੇ ਮਕੌੜੇ ਜਾਂ ਫਿਰ ਜੀਵ ਜੰਤੂਆਂ ਦੀ ਜਿਹੜੀ ਭਰਮਾਰ ਵੱਧ ਜਾਂਦੀ ਹੈ। ਯਾਨੀ ਕਿ ਜਿਹੜੀ ਡਾਇਵਰਸਿਟੀ ਹੈ, ਜੈਵ ਵਿਵਿਧਤਾ, ਉਹ ਭਰਪੂਰ ਹੁੰਦੀ ਹੈ ਕਿੱਥੇ, ਤਰਾਈ ਦੇ ਮੈਦਾਨਾਂ 'ਚ। ਠੀਕ ਹੈ, ਅਗਰ ਕੁਐਸਚਨ ਆ ਜਾਏ ਕਿ ਕਿਸ ਤਰ੍ਹਾਂ ਦੇ ਜਲੋढ़ ਮੈਦਾਨਾਂ 'ਚ ਜੀਵ ਜੰਤੂ ਤੇ ਪੇੜ ਪੌਦੇ ਦੀ ਜਿਹੜੀ ਸੰਖਿਆ ਹੈ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਤਰਾਈ ਦੇ ਮੈਦਾਨਾਂ 'ਚ। ਠੀਕ ਹੈ, ਇਹ ਜਿਹੜੇ ਨੇ ਮੇਨ ਪੁਆਇੰਟ ਆਪਾਂ ਯਾਦ ਕਰਨੇ ਨੇ। ਨੈਕਸਟ ਹੈ ਜੀ ਆਪਣਾ ਪ੍ਰਾਇਦਵੀਪੀय ਪਠਾਰ ਦਾ ਖੇਤਰ। ਤਾਂ ਪ੍ਰਾਇਦਵੀਪ ਤੁਸੀਂ ਸਮਝਦੇ ਹੋ ਕੀ ਹੁੰਦਾ, ਆਪਾਂ ਹੁਣੇ ਉਹਨੂੰ ਪੜਾਂਗੇ ਡਿਟੇਲ 'ਚ ਕਿ 3 ਪਾਸੇ ਸਮੁੰਦਰ ਲੱਗਣ ਕਰਕੇ ਇੱਕ ਤ੍ਰਿਭੁਜ ਆਕਾਰ ਦੇ ਥਲ ਖੰਡ ਨੂੰ ਪ੍ਰਾਇਦਵੀਪ ਕਿਹਾ ਜਾਂਦਾ। ਯਾਨੀ ਕਿ ਪ੍ਰਾਇਦਵੀਪ ਕੀ ਹੋਇਆ, ਜਿਵੇਂ ਆਪਣਾ ਇਹ ਇੰਡੀਆ ਹੈ। ਠੀਕ ਹੈ, ਇੰਡੀਆ ਦੇ ਇਸ ਪਾਸੇ ਕੀ ਹੈ, ਪਾਣੀ, ਇਸ ਪਾਸੇ ਵੀ ਪਾਣੀ ਹੈ ਤੇ ਇਹਦੇ ਨੀਚੇ ਵੀ ਪਾਣੀ ਹੈ। ਠੀਕ ਹੈ ਜੀ, ਤਾਂ 3 ਤਰਫ ਤੋਂ ਪਾਣੀ ਹੈ ਤੇ ਉੱਪਰ ਵਾਲੇ ਪਾਸੇ ਕੀ ਹੈ, ਸਥਲ ਵਾਲਾ ਯਾਨੀ ਕਿ ਆਪਣੀ ਜ਼ਮੀਨ ਲੱਗਦੀ ਹੈ। ਤਾਂ ਕਿਸੇ ਵੀ ਇਹੋ ਜਿਹਾ ਏਰੀਆ ਜਿਹਦੇ 3 ਪਾਸੇ ਪਾਣੀ ਲੱਗੇ ਤੇ ਇੱਕ ਪਾਸੇ ਜ਼ਮੀਨ, ਉਹਨੂੰ ਕਹਿੰਦੇ ਨੇ ਪ੍ਰਾਇਦਵੀਪ। ਠੀਕ ਹੈ ਜੀ, ਤਾਂ ਇਹ ਜਿਹੜਾ ਆਪਣਾ ਇੰਡੀਆ ਦਾ ਇਹ ਵਾਲਾ ਪੋਰਸ਼ਨ ਹੈ ਇਹ ਸਾਰਾ ਪ੍ਰਾਇਦਵੀਪ ਦਾ ਪੋਰਸ਼ਨ ਹੈ। ਕੰਟੀਨਿਊ ਕਰਦੇ ਹਾਂ ਅੱਗੇ। ਇਹ ਪਠਾਰੀ ਭਾਗ ਉੱਤਰੀ ਵਿਸ਼ਾਲ ਮੈਦਾਨਾਂ ਤੇ ਦੱਖਣ ਵੱਲ ਫੈਲਿਆ ਹੋਇਆ ਤ੍ਰਿਭੁਜ ਆਕਾਰ ਦਾ ਪੁਰਾਤਨ ਭੂ ਭਾਗ ਹੈ। ਇਸ ਦੇ ਆਧਾਰ ਵਾਲੇ ਭਾਗਾਂ ਨੂੰ ਦੱਖਣ ਵੱਲ ਹਿੰਦ ਮਹਾਸਾਗਰ, ਪੂਰਬ ਵੱਲ ਬੰਗਾਲ ਦੀ ਖਾੜੀ ਅਤੇ ਪੱਛਮ ਵਿੱਚ ਅਰਬ ਸਾਗਰ ਲੱਗਦੇ ਨੇ। ਦੇਖੋ ਜੀ ਕੀ ਹੈ ਕਿ ਆਪਣੇ ਜਿਹੜਾ ਹੈ ਤੁਸੀਂ ਦੇਖੋਗੇ ਕਿ ਇੰਡੀਆ ਦੇ ਮੈਪ ਦੇ ਅੰਦਰ ਜਿਹੜਾ ਹੈ ਇਸ ਤਰ੍ਹਾਂ ਦਾ ਮੈਪ ਹੈ। ਤਾਂ ਇੰਡੀਆ 'ਚ ਜਿਹੜਾ ਆਹ ਵਾਲਾ ਪਾਸਾ ਹੈ ਕਿਹੜਾ, ਪੂਰਬ ਵਾਲਾ ਪਾਸਾ, ਇੱਥੇ ਹੈ ਜੀ ਬੰਗਾਲ ਦੀ ਖਾੜੀ। ਠੀਕ ਹੈ, ਜਿਹੜਾ ਪੱਛਮ ਵਾਲਾ ਪਾਸਾ ਹੈ ਇੱਥੇ ਆਪਣਾ ਅਰਬ ਸਾਗਰ ਤੇ ਜਿਹੜਾ ਨੀਚੇ ਹੈ ਇਹ ਹੈ ਜੀ ਆਪਣਾ ਹਿੰਦ ਮਹਾਸਾਗਰ। ਇਹਦੇ ਅੰਦਰ ਇਹੀ ਦੱਸਿਆ ਗਿਆ ਕਿ ਪੂਰਬ ਵੱਲ ਬੰਗਾਲ ਦੀ ਖਾੜੀ, ਪੱਛਮ ਵੱਲ ਆਪਣਾ ਜਿਹੜਾ ਹੈਗਾ ਅਰਬ ਸਾਗਰ ਤੇ ਦੱਖਣ ਵੱਲ ਜਿਹੜਾ ਹੈ ਆਪਣਾ ਹਿੰਦ ਮਹਾਸਾਗਰ ਜਿਹੜਾ ਹੈ ਉਹ ਲੱਗਦਾ ਹੈ। ਠੀਕ ਹੈ ਜੀ, ਤਾਂ ਇਹ ਜਿਹੜਾ ਏਰੀਆ ਹੈ ਸਾਰਾ ਦਾ ਸਾਰਾ ਆਪਣਾ ਪ੍ਰਾਇਦਵੀਪ ਦਾ ਏਰੀਆ ਹੈ। ਠੀਕ ਹੈ, ਅੱਗੇ ਕੰਟੀਨਿਊ ਕਰਦੇ ਹਾਂ ਕਿ ਪ੍ਰਾਇਦਵੀਪੀ ਪਠਾਰ ਦੇ ਖੇਤਰ ਦੇ ਉੱਤਰੀ ਹਿੱਸੇ ਨੂੰ ਮਾਲਵੇ ਦਾ ਪਠਾਰ ਅਤੇ ਦੱਖਣੀ ਹਿੱਸੇ ਨੂੰ ਦੱਖਣ ਦਾ ਪਠਾਰ ਕਿਹਾ ਜਾਂਦਾ ਹੈ। ਠੀਕ ਹੈ, ਜਿਵੇਂ ਇਹ ਆਪਣਾ ਇੰਡੀਆ ਹੈ ਤਾਂ ਇਹ ਸਾਰਾ ਕੀ ਹੈ, ਪ੍ਰਾਇਦਵੀਪ ਦਾ ਹਿੱਸਾ। ਤਾਂ ਜਿਹੜਾ ਉੱਪਰ ਵਾਲਾ ਹਿੱਸਾ ਹੈ ਇਹ ਵਾਲਾ, ਇਹਨੂੰ ਕਹਿੰਦੇ ਨੇ ਮਾਲਵੇ ਦਾ, ਤੇ ਜਿਹੜਾ ਨੀਚੇ ਵਾਲਾ ਇਹਨੂੰ ਕਹਿੰਦੇ ਨੇ ਦੱਖਣੀ ਪਠਾਰ। ਠੀਕ ਹੈ, ਆਈ ਹੋਪ ਤੁਹਾਨੂੰ ਸਮਝ ਆ ਰਹੀ ਹੋਗੀ। ਕੋਈ ਕਨਫਿਊਜ਼ਨ ਹੋਏ, ਕੋਈ ਡਾਊਟ ਹੋਏ ਤੁਸੀਂ ਕਮੈਂਟ ਕਰ ਸਕਦੇ ਹੋ, ਉਹਦਾ ਜਿਹੜਾ ਹੈ ਰਿਪਲਾਈ ਕੀਤਾ ਜਾਏਗਾ। ਹੁਣ ਆਪਾਂ ਸਟੱਡੀ ਕਰਦੇ ਹਾਂ ਮਾਲਵੇ ਦੇ ਪਠਾਰ ਦੇ ਬਾਰੇ। ਠੀਕ ਹੈ, ਮਾਲਵਾ ਦਾ ਪਠਾਰ। ਇਸ ਮਾਲਵੇ ਦੇ ਪਠਾਰ ਦੀਆਂ 3 ਵੱਡੀਆਂ ਪਰਬਤ ਸ਼੍ਰੇਣੀਆਂ ਹਨ। ਕੀ ਹੈ, 3 ਵੱਡੀਆਂ ਪਰਬਤ ਸ਼੍ਰੇਣੀਆਂ ਮਾਲਵੇ ਦੇ ਪਠਾਰ ਦੇ ਅੰਦਰ 3 ਜਿਹੜੀਆਂ ਨੇ ਪਰਬਤ ਸ਼੍ਰੇਣੀਆਂ, ਪਹਾੜੀਆਂ ਪਾਈਆਂ ਜਾਂਦੀਆਂ ਨੇ। ਕਿਹੜੀਆਂ? ਅਰਾਵਲੀ ਪਰਬਤ ਸ਼੍ਰੇਣੀ, ਵਿਧਿਆਂਚਲ ਪਰਬਤ ਸ਼੍ਰੇਣੀ ਤੇ ਸਤਪੁੜਾ ਪਰਬਤ ਸ਼੍ਰੇਣੀ। ਹੁਣ ਆਪਾਂ ਜਿਹੜਾ ਹੈ 1 ਬਾਏ 1 ਇਹਨਾਂ ਨੂੰ ਸਟੱਡੀ ਕਰ ਲੈਣਾ ਹੈ। ਸਭ ਤੋਂ ਪਹਿਲਾਂ ਆਪਾਂ ਸਟੱਡੀ ਕਰਾਂਗੇ ਜੀ ਅਰਾਵਲੀ ਪਰਬਤ ਸ਼੍ਰੇਣੀ। ਠੀਕ ਹੈ, ਤਾਂ ਅਰਾਵਲੀ ਪਰਬਤ ਸ਼੍ਰੇਣੀ ਤੋਂ ਕਿਹੜੇ ਕੁਐਸਚਨ ਆਪਣੇ ਐਗਜ਼ਾਮ ਤੋਂ ਬਣ ਸਕਦੇ ਨੇ ਆਪਾਂ ਸਾਰੇ ਕਵਰ ਕਰ ਲੈਣੇ ਆ। ਤਾਂ ਅਰਾਵਲੀ ਦੀਆਂ ਪਹਾੜੀਆਂ ਦਾ ਦੂਸਰਾ ਨਾਮ ਰਾਏਸੀਨਾ ਹਿਲਸ ਹੈ। ਕੀ ਹੈ? ਰਾਏਸੀਨਾ ਹਿਲਸ। ਵੈਰੀ ਇੰਪੋਰਟੈਂਟ ਕੁਐਸਚਨ ਇੱਥੋਂ ਬਣਦਾ ਹੈ ਕਿ ਰਾਏਸੀਨਾ ਹਿਲਸ ਕਿਸ ਪਰਬਤ ਸ਼੍ਰੇਣੀ ਨੂੰ ਕਿਹਾ ਜਾਂਦਾ ਹੈ? ਤਾਂ ਅਰਾਵਲੀ ਪਰਬਤ ਸ਼੍ਰੇਣੀ ਨੂੰ। ਔਰ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਜਿਹੜਾ ਆਪਣੀ ਰਾਏਸੀਨਾ ਹਿਲਸ ਹੈ ਜਾਂ ਅਰਾਵਲੀ ਪਰਬਤ ਸ਼੍ਰੇਣੀ ਹੈ ਇਹ ਦਿੱਲੀ ਤੋਂ ਗੁਜਰਾਤ ਤੱਕ ਫੈਲੀ ਹੋਈ ਹੈ ਤੇ ਦਿੱਲੀ ਦੇ ਅੰਦਰ ਜੋ ਆਪਣਾ ਰਾਸ਼ਟਰਪਤੀ ਭਵਨ ਹੈ, ਕੀ ਹੈ? ਰਾਸ਼ਟਰਪਤੀ ਭਵਨ, ਉਹ ਅਰਾਵਲੀ ਪਰਬਤ ਸ਼੍ਰੇਣੀ ਦੇ ਵਿੱਚ ਹੀ ਸਥਿਤ ਹੈ। ਠੀਕ ਹੈ, ਅਰਾਵਲੀ ਦੇ ਏਰੀਆ ਦੇ ਵਿੱਚ ਆਪਣਾ ਰਾਸ਼ਟਰਪਤੀ ਭਵਨ ਜਿਹੜਾ ਹੈਗਾ ਤੇ ਉੱਥੇ ਜਿਹੜਾ ਹੈ ਆਪਣਾ ਰਾਸ਼ਟਰਪਤੀ ਰਹਿੰਦਾ ਹੈ, ਉੱਥੇ ਹੀ ਜਿਹੜੀ ਹੈ ਉਹਦਾ ਭਵਨ ਬਣਿਆ ਹੋਇਆ ਹੈ। ਐਸੇ ਕਰਕੇ ਉਹਨੂੰ ਕਹਿੰਦਾ ਰਾਏਸੀਨਾ ਹਿਲਸ, ਕਿਉਂਕਿ ਰੋਇਲ ਲੋਕ, ਵੱਡੇ ਲੋਕ, ਰੋਇਲ ਲੋਕ ਜਿਹੜੇ ਨੇ ਉੱਥੇ ਰਹਿੰਦੇ ਨੇ, ਇਸ ਕਰਕੇ
ਅਰਾਵਲੀ ਪਰਬਤ ਸ਼੍ਰੇਣੀ ਨੂੰ ਹੀ ਰਾਏਸੀਨਾ ਹਿਲਸ ਵੀ ਕਿਹਾ ਜਾਂਦਾ ਹੈ ਜੀ। ਠੀਕ ਹੈ, ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ ਇਹ ਪੁਆਇੰਟ। ਨੈਕਸਟ ਪੁਆਇੰਟ ਹੈ ਇਹ ਦਿੱਲੀ ਤੋਂ ਗੁਜਰਾਤ ਤੱਕ 725 ਕਿਲੋਮੀਟਰ ਦੀ ਲੰਬਾਈ ਵਿੱਚ ਦੱਖਣ ਪੱਛਮੀ ਦਿਸ਼ਾ ਵਿੱਚ ਫੈਲਿਆ ਹੋਇਆ ਹੈ। ਠੀਕ ਹੈ ਜੀ, ਦੱਖਣ ਪੱਛਮੀ ਦਿਸ਼ਾ ਵਿੱਚ ਫੈਲਿਆ ਹੋਇਆ ਹੈ। ਸਮਾਂਤਰ ਪਹਾੜੀਆਂ ਹਨ। ਅਰਾਵਲੀ ਪਰਬਤ ਦੀ ਗੁਰਸ਼ਿਖਰ ਚੋਟੀ 1722 ਮੀਟਰ ਸਭ ਤੋਂ ਉੱਚੀ ਚੋਟੀ ਹੈ। ਇਹ ਚੋਟੀ ਮਾਊਂਟ ਆਬੂ ਵਿੱਚ ਹੈ। ਕਿੱਥੇ ਹੈ? ਮਾਊਂਟ ਆਬੂ 'ਚ। ਤਾਂ ਅਰਾਵਲੀ ਪਰਬਤ ਦੀ ਸਭ ਤੋਂ ਉੱਚੀ ਚੋਟੀ ਕੁਐਸਚਨ ਬਣ ਸਕਦਾ ਕਿਹੜੀ ਹੈ? ਤਾਂ ਹੈ ਜੀ ਗੁਰਸ਼ਿਖਰ ਚੋਟੀ। ਤੇ ਕਿੰਨੀ ਇਹਦੀ ਉਚਾਈ ਹੈ? 1722 ਮੀਟਰ ਇਹਦੀ ਉਚਾਈ ਹੈ। ਤੇ ਜਿਹੜੀ ਗੁਰਸ਼ਿਖਰ ਚੋਟੀ ਹੈ ਇਹ ਕਿਹੜੇ ਏਰੀਆ 'ਚ ਪੈਂਦੀ ਹੈ? ਇਹ ਪੈਂਦੀ ਹੈ ਜੀ ਮਾਊਂਟ ਆਬੂ। ਤੇ ਮਾਊਂਟ ਆਬੂ ਕਿੱਥੇ ਪੈਂਦਾ ਹੈ? ਮਾਊਂਟ ਆਬੂ ਪੈਂਦਾ ਆਪਣਾ ਰਾਜਸਥਾਨ 'ਚ। ਨੈਕਸਟ ਪੁਆਇੰਟ ਇਹੀ ਹੈ ਕਿ ਮਾਊਂਟ ਆਬੂ ਰਾਜਸਥਾਨ ਵਿੱਚ ਹੈ ਅਤੇ ਮਾਊਂਟ ਆਬੂ ਨੂੰ ਰਾਜਸਥਾਨ ਦਾ ਸ਼ਿਮਲਾ ਕਿਹਾ ਜਾਂਦਾ ਹੈ। ਮਾਊਂਟ ਆਬੂ ਆਪਣਾ ਰਾਜਸਥਾਨ 'ਚ। ਤੇ ਸ਼ਿਮਲਾ ਕਿਉਂ ਕਹਿੰਦੇ ਨੇ ਮਾਊਂਟ ਆਬੂ ਨੂੰ? ਕਿਉਂਕਿ ਕੀ ਹੈ, ਸਰਦੀਆਂ ਅੰਦਰ ਇਹ ਬਹੁਤ ਜ਼ਿਆਦਾ ਜਿਹੜਾ ਹੈ ਖੁਸ਼ਕ ਏਰੀਆ ਹੈ। ਇੱਥੇ ਜਿਹੜੀ ਹੈ ਘੱਟ ਵਰਖਾ ਪੈਂਦੀ, ਜਿਸ ਕਰਕੇ ਬਹੁਤ ਜ਼ਿਆਦਾ ਸਰਦੀਆਂ ਅੰਦਰ ਬਹੁਤ ਜ਼ਿਆਦਾ ਠੰਡਾ ਹੋ ਜਾਂਦਾ ਹੈ। ਇਸ ਕਰਕੇ ਰਾਜਸਥਾਨ ਦਾ ਸ਼ਿਮਲਾ ਕਹਿੰਦੇ ਨੇ ਮਾਊਂਟ ਆਬੂ ਨੂੰ। ਠੀਕ ਹੈ, ਬਹੁਤ ਵਧੀਆ ਘੁੰਮਣ ਵਾਲੀ ਜਗ੍ਹਾ ਹੈ ਮਾਊਂਟ ਆਬੂ। ਨੈਕਸਟ ਪੁਆਇੰਟ ਹੈ ਜੀ ਵਿਧਿਆਂਚਲ ਪਰਬਤ ਸ਼੍ਰੇਣੀ। ਆਪਾਂ ਜਿਹੜਾ ਹੈ ਹੁਣੇ ਜਿਹੜਾ ਅਰਾਵਲੀ ਸਟੱਡੀ ਕਰਦੇ ਆ, ਹੁਣ ਪੜਾਂਗੇ ਆਪਾਂ ਵਿਧਿਆਂਚਲ ਪਰਬਤ ਸ਼੍ਰੇਣੀ ਨੂੰ ਭਾਰਤ ਦਾ ਵਿਭਾਜਨ ਕਰਨ ਵਾਲੀ ਪਰਬਤ ਸ਼੍ਰੇਣੀ ਵੀ ਕਿਹਾ ਜਾਂਦਾ ਹੈ। ਇਸ ਦੇ ਹੇਠਾਂ ਬਣੀ ਰਿਫਟ ਘਾਟੀ ਵਿੱਚ ਨਰਮਦਾ ਨਦੀ ਪੱਛਮ ਵੱਲ ਵਹਿੰਦੀ ਹੈ। ਦੇਖੋ ਜੀ, ਜਿਵੇਂ ਇਹ ਆਪਣਾ ਇੰਡੀਆ ਹੈ, ਠੀਕ ਹੈ, ਤੁਸੀਂ ਧਿਆਨ ਦੇਣਾ ਹੈ ਕਿ ਇਹ ਇੰਡੀਆ ਹੈ। ਤਾਂ ਜਿਹੜਾ ਵਿਧਿਆਂਚਲ ਪਰਬਤ ਹੈ ਉਹ ਆਪਣੇ ਇੱਥੇ ਹੈ। ਕਿੱਥੇ ਹੈ? ਇੱਥੇ ਇੰਡੀਆ ਦੇ ਇੱਥੇ ਸੈਂਟਰ 'ਚ। ਇਸ ਕਰਕੇ ਇਹ ਇੰਡੀਆ ਨੂੰ ਉੱਤਰੀ ਇੰਡੀਆ ਤੇ ਪੱਛਮੀ ਇੰਡੀਆ, ਉੱਤਰੀ ਭਾਰਤ ਅਤੇ ਪੱਛਮੀ ਭਾਰਤ ਦੇ ਵੰਡ ਕਰਦਾ ਹੈ। ਇਸ ਕਰਕੇ ਵਿਧਿਆਂਚਲ ਪਰਬਤ ਸ਼੍ਰੇਣੀ ਨੂੰ ਭਾਰਤ ਦਾ ਵਿਭਾਜਨ ਕਰਨ ਵਾਲਾ ਪਹਾੜ ਜਾਂ ਪਹਾੜੀ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਤੇ ਆਪਣੇ ਜਿਹੜਾ ਹੈਗਾ ਵਿਧਿਆਂਚਲ ਪਰਬਤ ਦੇ ਪੱਛਮ ਵਿੱਚ, ਠੀਕ ਹੈ, ਦੱਖਣ ਦੇ ਵਿੱਚ ਆਪਾਂ ਗੱਲ ਕਰਾਂਗੇ। ਇੱਥੇ ਦੱਖਣ ਦੇ ਵਿੱਚ ਨਦੀ ਵਹਿ ਰਹੀ ਹੈ ਕਿਹੜੀ? ਨਰਮਦਾ। ਤੇ ਵਹਿ ਰਹੀ ਹੈ ਪੱਛਮ ਦਿਸ਼ਾ 'ਚ। ਠੀਕ ਹੈ, ਵਿਧਿਆਂਚਲ ਪਰਬਤ ਦੇ ਦੱਖਣ ਦਿਸ਼ਾ 'ਚ ਨਦੀ ਹੈ ਨਰਮਦਾ, ਜੋ ਕਿ ਪੱਛਮ ਦਿਸ਼ਾ 'ਚ ਵਹਿ ਰਹੀ ਹੈ। ਕਿਉਂਕਿ ਇਹ ਜਿਹੜੀ ਹੈ ਇੱਕ ਉਲਟ ਨਦੀ ਹੈ। ਇੱਕ ਨਰਮਦਾ ਤੇ ਦੂਸਰੀ ਹੈ ਆਪਣੀ ਤਾਪਤੀ। ਦੋਨੋਂ ਨਦੀਆਂ ਜਿਹੜੀਆਂ ਨੇ ਉਲਟ ਵਹਿੰਦੀਆਂ ਨੇ। ਠੀਕ ਹੈ, ਬਾਕੀ ਸਾਰੀ ਜੋ ਨਦੀਆਂ ਨੇ ਆਪਣੀਆਂ ਬੰਗਾਲ ਦੀ ਖਾੜੀ 'ਚ ਡਿੱਗਦੀਆਂ ਨੇ, ਲੇਕਿਨ ਜਿਹੜੀ ਨਰਮਦਾ ਨਦੀ ਹੈ ਇਹ ਡਿੱਗਦੀ ਹੈ ਆਪਣੇ ਪੱਛਮ 'ਚ ਵਹਿੰਦੀ ਹੋਈ ਅਰਬ ਸਾਗਰ ਦੇ ਵਿੱਚ। ਠੀਕ ਹੈ ਜੀ। ਤਾਂ ਵਿਧਿਆਂਚਲ ਪਰਬਤ ਨੂੰ ਜਿਹੜਾ ਹੈ ਭਾਰਤ ਦਾ ਵਿਭਾਜਨ ਕਿਹਾ ਜਾਂਦਾ ਹੈ, ਵਿਭਾਜਕ ਕਿਹਾ ਜਾਂਦਾ ਹੈ। ਇਹ ਮੇਨ ਪੁਆਇੰਟ ਹੈ। ਨੈਕਸਟ ਹੈ ਜੀ ਸਤਪੁੜਾ ਦੀਆਂ ਪਹਾੜੀਆਂ। ਕਾਹਦੀਆਂ? ਸਤਪੁੜਾ ਦੀਆਂ ਪਹਾੜੀਆਂ। ਨਰਮਦਾ ਨਦੀ ਦੇ ਦੱਖਣ ਵਿੱਚ ਸਤਪੁੜਾ ਦੀਆਂ ਪਹਾੜੀਆਂ ਪਾਈ ਜਾਂਦੀਆਂ ਹਨ। ਇਹਨਾਂ ਪਹਾੜੀਆਂ ਵਿੱਚ ਪੰਚਮੜੀ ਦੇ ਕੋਲ ਧੂਮਗੜ੍ਹ ਅਤੇ ਅਮਰਕੰਟਕ ਉੱਚੀਆਂ ਚੋਟੀਆਂ ਹਨ। ਠੀਕ ਹੈ, ਤਾਂ ਸਤਪੁੜਾ ਪਹਾੜੀਆਂ ਕਿੱਥੇ ਨੇ? ਦੇਖੋ, ਜੋ ਇਹ ਹੈ ਇੰਡੀਆ ਦੇ ਆਪਾਂ ਸਟੱਡੀ ਕੀਤਾ ਕਿ ਹੁਣੇ ਇੱਥੇ ਸੀਗਾ ਵਿਧਿਆਂਚਲ ਪਰਬਤ। ਠੀਕ ਹੈ, ਇਹਦੇ ਦੱਖਣ ਦੇ ਅੰਦਰ ਜਿਹੜੀ ਹੈ ਨਰਮਦਾ ਨਦੀ ਵਹਿ ਰਹੀ ਸੀ ਪੱਛਮ ਵੱਲ ਨੂੰ। ਤਾਂ ਨਰਮਦਾ ਨਦੀ ਦੇ ਦਕਸ਼ਣ ਵਿੱਚ ਹੀ ਜਿਹੜਾ ਹੈ ਇਹ ਵਾਲਾ ਹੈ ਆਪਣਾ ਸਤਪੁੜਾ ਪਰਬਤ। ਤੇ ਸਤਪੁੜਾ ਪਰਬਤ ਦੇ ਹੀ ਦੱਖਣ ਦੇ ਵਿੱਚ ਨਦੀ ਵਹਿੰਦੀ ਹੈ ਕਿਹੜੀ? ਤਾਪਤੀ। ਉਹ ਵੀ ਜਿਹੜੀ ਹੈ ਆਪਣੇ ਪੱਛਮ ਵੱਲ ਨੂੰ ਹੀ ਵਹਿੰਦੀ ਹੈ। ਠੀਕ ਹੈ, ਤੁਹਾਨੂੰ ਸਮਝ ਲੱਗ ਗਿਆ ਹੋਵੇਗਾ। ਤੇ ਸਤਪੁੜਾ ਪਰਬਤ ਦੀ ਜਿਹੜੀ ਸਭ ਤੋਂ ਉੱਚੀ ਚੋਟੀ ਹੈ ਜੀ, ਉਹ ਕਿਹੜੀ ਚੋਟੀਆਂ ਨੇ? ਉਹ ਜੀ ਧੂਮਗੜ੍ਹ ਤੇ ਅਮਰਕੰਟਕ। ਤੇ ਧੂਮਗੜ੍ਹ ਦੀ ਜਿਹੜੀ ਆਪਣੀ ਉਚਾਈ ਹੈ 1350 ਮੀਟਰ ਹੈ। ਕਿੰਨੀ? 1350 ਮੀਟਰ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਨੈਕਸਟ ਪੁਆਇੰਟ ਹੈ ਸਤਪੁੜਾ ਦੇ ਦੱਖਣ ਵਿੱਚ ਤਾਪਤੀ ਨਦੀ ਪੱਛਮ ਵੱਲ ਵਹਿ ਕੇ ਬਿਨਾਂ ਡੇਲਟੇ ਦੇ ਅਰਬ ਸਾਗਰ ਵਿੱਚ ਜਾ ਮਿਲਦੀ ਹੈ। ਇਹ ਆਪਾਂ ਹੁਣੇ ਪੁਆਇੰਟ ਸਟੱਡੀ ਕਰ ਲਿਆ ਕਿ ਜਿਹੜਾ ਇੰਡੀਆ ਦੇ ਅੰਦਰ ਇਹ ਵਾਲਾ ਆਪਣਾ ਹੋ ਗਿਆ ਕਿਹੜਾ? ਵਿਧਿਆਂਚਲ ਪਰਬਤ ਦੇ ਦੱਖਣ ਦੇ ਅੰਦਰ ਵਹਿੰਦੀ ਹੈ ਨਰਮਦਾ ਨਦੀ। ਤੇ ਨਰਮਦਾ ਨਦੀ ਵਹਿੰਦੀ ਹੈ ਪੱਛਮ ਦਿਸ਼ਾ 'ਚ ਤੇ ਡਿੱਗਦੀ ਹੈ ਆਪਣੇ ਅਰਬ ਸਾਗਰ 'ਚ। ਨਰਮਦਾ ਦੇ ਦੱਖਣ ਦੇ ਵਿੱਚ ਪਹਾੜ ਹੈ ਸਤਪੁੜਾ, ਤੇ ਸਤਪੁੜਾ ਦੇ ਦੱਖਣ ਵਿੱਚ ਨਦੀ ਵਹਿੰਦੀ ਹੈ ਤਾਪਤੀ ਡਿੱਗਦੀ ਹੈ ਅਰਬ ਸਾਗਰ 'ਚ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਪੁਆਇੰਟ ਹੈ ਦੱਖਣ ਦਾ ਪਠਾਰ, ਯਾਨੀ ਕਿ ਸਾਊਥ ਦਾ ਜਿਹੜਾ ਪਠਾਰ ਹੈ ਉਹਦੇ ਬਾਰੇ ਹੁਣ ਆਪਾਂ ਸਟੱਡੀ ਕਰਾਂਗੇ। ਦੱਖਣ ਪਠਾਰ ਵਿੱਚ ਪੱਛਮ ਵਿੱਚ ਪੱਛਮੀ ਘਾਟ, ਪੂਰਬ ਵਿੱਚ ਪੂਰਬੀ ਘਾਟ ਅਤੇ ਦੱਖਣ ਵਿੱਚ ਕਾਰਡਮਮ ਦੀਆਂ ਪਹਾੜੀਆਂ ਹਨ। ਠੀਕ ਹੈ, ਤਾਂ ਦੱਖਣ ਦਾ ਪਠਾਰ ਕਿਹੜਾ ਹੈ? ਤਾਂ ਦੇਖੋ ਜੀ, ਇੰਡੀਆ ਆਪਣਾ ਇਸ ਤਰ੍ਹਾਂ ਹੈ ਕਿ ਇੰਡੀਆ ਦੇ ਵਿੱਚ ਜਿਹੜਾ ਦੱਖਣ ਦਾ ਇਹ ਵਾਲਾ ਏਰੀਆ ਹੈ ਇਹਨੂੰ ਕਹਿੰਦਾ ਦੱਖਣੀ ਪਠਾਰ। ਤੇ ਦੱਖਣੀ ਪਠਾਰ ਦੇ ਅੰਦਰ ਜਿਹੜਾ ਪੱਛਮੀ ਇਲਾਕਾ ਹੈ ਇਹ ਵਾਲਾ ਜੋ ਪੱਛਮੀ ਕਿਨਾਰਾ ਹੈ ਇਹਨੂੰ ਕਹਤਾ ਪੱਛਮੀ ਘਾਟ। ਤੇ ਜਿਹੜਾ ਪੂਰਬੀ ਕਿਨਾਰਾ ਹੈ ਇਹ ਵਾਲਾ ਇਹਨੂੰ ਕਹਤਾ ਪੂਰਬੀ ਘਾਟ। ਤੇ ਇਹਨਾਂ ਦੋਨਾਂ ਨੂੰ ਜੋ ਮਿਲਾ ਰਿਹਾ ਹੈ ਦੋਨੋਂ ਘਾਟਾਂ ਨੂੰ, ਇਹਨੂੰ ਕਹਤਾ ਕਾਰਡਮਮ ਦੀਆਂ ਪਹਾੜੀਆਂ। ਠੀਕ ਹੈ, ਜਾਂ ਫਿਰ ਇਹਨੂੰ ਨੀਲਗਿਰੀ ਦੀਆਂ ਪਹਾੜੀਆਂ ਵੀ ਕਿਹਾ ਜਾਂਦਾ ਕਿ ਨੀਲਗਿਰੀ ਦੀ ਪਹਾੜੀਆਂ ਦੱਖਣੀ ਤੇ ਪੂਰਬੀ ਦੋਨੋਂ ਘਾਟਾਂ ਨੂੰ ਮਿਲਾਉਣ ਵਾਲੀ ਜਿਹੜੀ ਹੈ ਪਹਾੜੀਆਂ ਹਨ। ਠੀਕ ਹੈ, ਹੁਣ ਆਪਾਂ ਸਟੱਡੀ ਕਰਾਂਗੇ ਪੱਛਮੀ ਘਾਟ ਬਾਰੇ ਕਿ ਪੱਛਮੀ ਘਾਟ ਕੀ ਹੈ। ਪੱਛਮੀ ਘਾਟ
ਦੱਖਣ ਦੇ ਪਠਾਰ ਦੇ ਪੱਛਮੀ ਕਿਨਾਰਿਆਂ ਤੇ ਸਮੁੰਦਰੀ ਤੱਟ ਦੇ ਸਮਾਨਾਂਤਰ ਮਿਲਣ ਵਾਲੀ ਨਿਰੰਤਰ ਪਰਬਤ ਲੜੀ ਨੂੰ ਪੱਛਮੀ ਘਾਟ ਜਾਂ ਸਹਿਦਰੀ ਦੀਆਂ ਪਹਾੜੀਆਂ ਕਿਹਾ ਜਾਂਦਾ ਹੈ। ਇਹਨਾਂ ਦੀ ਔਸਤ ਉਚਾਈ 1200 ਮੀਟਰ ਹੈ। ਠੀਕ ਹੈ, ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਕਿ ਜਿਵੇਂ ਆਪਣੇ ਇੰਡੀਆ ਦੇ ਅੰਦਰ ਜੋ ਪੱਛਮੀ ਘਾਟ ਹੈ, ਇੱਥੇ ਕੀ ਹੈ, ਅਰਬ ਸਾਗਰ ਹੈ, ਤਾਂ ਇਹ ਜਿਹੜੀ ਧਰਤੀ ਲੱਗਦੀ ਹੈ, ਇਹ ਕਿਹੜਾ ਹੈ, ਕਿਨਾਰਾ ਹੈ, ਤਾਂ ਇਹ ਵਾਲਾ ਜੋ ਏਰੀਆ ਸਾਰਾ ਹੋਏਗਾ ਇਹਨੂੰ ਕਹਿੰਦੇ ਨੇ ਪੱਛਮੀ ਘਾਟ। ਤੇ ਇਹਦੇ ਅੰਦਰ ਜੋ ਪਹਾੜੀਆਂ ਪਾਈ ਜਾਂਦੀਆਂ ਨੇ, ਇਹਨਾਂ ਦੀ ਜਿਹੜੀ ਔਸਤ ਉਚਾਈ ਹੈ ਕਿੰਨੀ ਹੈ, ਇਹ ਹੈ ਜੀ 1200 ਮੀਟਰ। ਤੁਸੀਂ ਯਾਦ ਰੱਖਣਾ ਹੈ 1200 ਮੀਟਰ। ਤੇ ਇਸੇ ਤਰ੍ਹਾਂ ਜੋ ਪੂਰਬੀ ਘਾਟ ਹੈ, ਪੂਰਬੀ ਘਾਟ 'ਚ ਵੀ ਕੀ ਹੈ, ਕੁਝ ਚੋਟੀਆਂ ਪਾਈ ਜਾਣਗੀਆਂ, ਉਹਦੇ ਬਾਰੇ ਆਪਾਂ ਹੁਣ ਅੱਗੇ ਸਟੱਡੀ ਕਰਾਂਗੇ। ਇਸ ਪਰਬਤੀ ਲੜੀ ਵਿੱਚ ਉੱਤਰ ਤੋਂ ਦੱਖਣ ਵੱਲ ਕ੍ਰਮਵਾਰ 3 ਦर्रे ਥਾਲ ਘਾਟ, ਭੌਰ ਘਾਟ ਤੇ ਪਾਲ ਘਾਟ ਮਿਲਦੇ ਨੇ। ਦੇਖੋ ਇਹ ਆਪਾਂ ਨੂੰ ਯਾਦ ਰੱਖਣਾ ਕਿ ਥਾਲ ਘਾਟ, ਭੌਰ ਘਾਟ ਤੇ ਪਾਲ ਘਾਟ ਜਿਹੜੇ ਦर्रे ਨੇ, ਇਹ ਕਿਹੜੇ ਪਹਾੜੀ ਜਾਂ ਪਰਬਤੀ ਲੜੀਆਂ ਵਿੱਚ ਮਿਲਦੇ ਨੇ, ਤਾਂ ਇਹ ਮਿਲਦੇ ਨੇ ਪੱਛਮੀ ਘਾਟ 'ਚ। ਕਿੱਥੇ? ਪੱਛਮੀ ਘਾਟ 'ਚ ਮਿਲਦੇ ਨੇ ਥਾਲ ਘਾਟ, ਭੌਰ ਘਾਟ ਤੇ ਪਾਲ ਘਾਟ। ਦर्रे ਕੀ ਹੁੰਦਾ ਹੈ? ਦर्रे ਜਿਹੜੇ ਨੇ ਇੱਕ ਜਿਹੜਾ ਹੈ ਰਸਤਾ ਬਣਾਇਆ ਹੁੰਦਾ ਸਪੈਸ਼ਲ ਕਿਸੇ ਦੋ ਜਿਹੜੇ ਨੇ ਵੱਡੇ ਇੱਕ ਸਿਟੀਜ਼ ਨੂੰ, ਜਾਂ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਰਸਤਾ ਬਣਿਆ ਹੁੰਦਾ ਕਿ ਕਿਸੇ ਮੇਜਰ ਜਗ੍ਹਾ ਨੂੰ ਆਪਸ 'ਚ ਕਨੈਕਟ ਕਰਨ ਵਾਸਤੇ, ਉਹਨੂੰ ਕਹਿੰਦੇ ਨੇ ਘਾਟ ਜਾਂ ਦर्रा। ਠੀਕ ਹੈ ਜੀ। ਨੈਕਸਟ ਹੈ ਪੱਛਮੀ ਘਾਟ ਪਰਬਤ ਤੇ ਹੀ ਭਾਰਤ ਦਾ ਸਭ ਤੋਂ ਉੱਚਾ ਵਾਟਰਫਾਲ ਗਰਸੋਪਾ ਸਰਾਵਤੀ ਨਦੀ ਤੇ ਮਿਲਦਾ ਹੈ। ਯਾਨੀ ਕਿ ਜਿਹੜਾ ਸਭ ਤੋਂ ਉੱਚਾ ਵਾਟਰਫਾਲ ਜਾਂ ਝਰਨਾ ਹੈ ਕਿਹੜਾ ਹੈ? ਗਰਸੋਪਾ ਹੈ। ਤੇ ਕਿੱਥੇ ਹੈ? ਇਹ ਸਰਾਵਤੀ ਨਦੀ ਤੇ ਹੈ। ਤੇ ਕਿਹੜੇ ਘਾਟ 'ਚ? ਪੱਛਮੀ ਘਾਟ 'ਚ। ਠੀਕ ਹੈ, ਇਹ ਪੁਆਇੰਟ ਇੰਪੋਰਟੈਂਟ, ਤੁਸੀਂ ਯਾਦ ਰੱਖਣਾ, ਐਗਜ਼ਾਮ 'ਚ ਬਣ ਸਕਦਾ ਹੈ। ਨੈਕਸਟ ਹੈ ਜੀ ਪੂਰਬੀ ਘਾਟ। ਪੂਰਬੀ ਘਾਟ ਬਾਰੇ ਆਪਾਂ ਹੁਣ ਸਟੱਡੀ ਕਰਨ ਜਾ ਰਹੇ ਹਾਂ ਕਿ ਪੂਰਬੀ ਘਾਟ ਉੜੀਸਾ ਤੋਂ ਤਮਿਲਨਾਡੂ ਤੱਕ ਹੈ। ਕਿੱਥੋਂ? ਉੜੀਸਾ ਤੋਂ ਤਮਿਲਨਾਡੂ। ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਇਹ ਇੰਡੀਆ ਹੋ ਗਿਆ, ਤਾਂ ਇੱਥੇ ਆਪਣਾ ਉੜੀਸਾ ਪੈਂਦਾ ਹੈ, ਤੇ ਬਿਲਕੁਲ ਦਕਸ਼ਿਣ 'ਚ ਤਮਿਲਨਾਡੂ, ਤੇ ਇੱਥੇ ਆਪਣੀ ਬੰਗਾਲ ਦੀ ਖਾੜੀ। ਤਾਂ ਇਹ ਵਾਲਾ ਸਾਰਾ ਇਲਾਕਾ ਕੀ ਹੋਊਗਾ? ਪੂਰਬੀ ਘਾਟ ਦਾ ਇਲਾਕਾ ਹੋਵੇਗਾ। ਨੈਕਸਟ ਹੈ ਪੂਰਬੀ ਘਾਟ ਦਾ ਸਭ ਤੋਂ ਉੱਚਾ ਸਿਖਰ ਵਿਸ਼ਾਖਾਪਤਨਮ, ਜੋ ਕਿ ਆਂਧਰਾ ਪ੍ਰਦੇਸ਼ 'ਚ ਹੈ। ਠੀਕ ਹੈ, ਜਿਵੇਂ ਕਿ ਇਹ ਆਪਣਾ ਇੰਡੀਆ ਹੋਇਆ, ਇਹ ਆਪਣਾ ਪੂਰਬੀ ਘਾਟ ਹੋਇਆ, ਤੇ ਇੱਥੇ ਪੈਂਦਾ ਆਂਧਰਾ ਪ੍ਰਦੇਸ਼। ਤੇ ਆਂਧਰਾ ਪ੍ਰਦੇਸ਼ ਦੇ ਅੰਦਰ ਜੋ ਸਭ ਤੋਂ ਉੱਪਰ ਚੋਟੀ ਕਿਹੜੀ ਹੈ? ਵਿਸ਼ਾਖਾਪਤਨਮ। ਤੇ ਇਹੀ ਜਿਹੜੀ ਚੋਟੀ ਹੈ ਵਿਸ਼ਾਖਾਪਤਨਮ, ਇਹ ਪੂਰਬੀ ਘਾਟ ਦੀ ਸਭ ਤੋਂ ਉੱਚਾ ਸਿਖਰ, ਸਭ ਤੋਂ ਉੱਚੀ ਚੋਟੀ ਹੈ। ਤੁਸੀਂ ਇਹ ਪੁਆਇੰਟ ਯਾਦ ਰੱਖਣਾ ਹੈ। ਨੈਕਸਟ ਪੁਆਇੰਟ ਦੱਖਣੀ ਪਹਾੜੀ ਸਮੂਹ। ਕਿਹੜਾ? ਦੱਖਣੀ ਪਹਾੜੀ ਸਮੂਹ ਕਿਹੜਾ ਹੋਊਗਾ? ਉਹ ਸਮੂਹ ਜੋ ਆਪਣੇ ਪੂਰਬੀ ਘਾਟ ਤੇ ਪੱਛਮੀ ਘਾਟ ਨੂੰ ਆਪਸ ਵਿੱਚ ਜੋੜੇਗਾ, ਕਨੈਕਟ ਕਰੇਗਾ, ਉਹਨੂੰ ਹੀ ਕਹਿਤਾ ਦੱਖਣੀ ਪਹਾੜੀ ਸਮੂਹ। ਚਲੋ ਸਟੱਡੀ ਕਰਦੇ ਹਾਂ। ਪੱਛਮੀ ਤੇ ਪੂਰਬੀ ਘਾਟਾਂ ਦੀ ਪਹਾੜੀਆਂ ਦੱਖਣ ਵਿੱਚ ਜਿਸ ਸਥਾਨ ਤੇ ਆ ਕੇ ਮਿਲ ਜਾਂਦੀਆਂ ਹਨ, ਉਸ ਸਥਾਨ ਨੂੰ ਦੱਖਣੀ ਪਹਾੜੀਆਂ ਜਾਂ ਨੀਲਗਿਰੀ ਦੀਆਂ ਪਹਾੜੀਆਂ ਵੀ ਕਿਹਾ ਜਾਂਦਾ ਹੈ। ਠੀਕ ਹੈ, ਨੀਲਗਿਰੀ ਦੀ ਸਭ ਤੋਂ ਉੱਚੀ ਚੋਟੀ ਡੋਡਾ ਬੇਟਾ ਹੈ। ਠੀਕ ਹੈ, ਇਹ ਇੰਪੋਰਟੈਂਟ ਪੁਆਇੰਟ ਹੈ ਡੋਡਾ ਬੇਟਾ। ਇਹਨਾਂ ਪਹਾੜੀਆਂ ਤੇ ਵੱਖ-ਵੱਖ ਦਿਸ਼ਾਵਾਂ ਤੋਂ 3 ਪਰਬਤੀ ਲੜੀਆਂ ਦੇ ਆ ਕੇ ਜੁੜਨ ਕਰਕੇ ਇੱਕ ਅਨਾਇਮੁਦੀ ਪਰਬਤ ਗੰਢ ਦਾ ਨਿਰਮਾਣ ਹੁੰਦਾ ਹੈ, ਜਿਸ ਵਿੱਚ ਦੱਖਣ ਤੇ ਕਾਰਡੇਮਮ ਦਾ ਇਲਾਇਚੀ, ਉੱਤਰ 'ਚ ਅਨਾਮਲਾਈ ਤੇ ਪੂਰਬ ਵਿੱਚ ਪਾਲਨੀ ਪਹਾੜੀਆਂ ਸ਼੍ਰੇਣੀਆਂ ਪਾਈ ਜਾਂਦੀਆਂ ਨੇ। ਠੀਕ ਹੈ, ਤਾਂ ਇਹਨਾਂ ਵਿੱਚ ਕੀ ਹੈ, ਸਭ ਤੋਂ ਜੋ ਇੰਪੋਰਟੈਂਟ ਪੁਆਇੰਟ ਮੈਂ ਦੱਸਣ ਜਾ ਰਿਹਾ, ਤੁਸੀਂ ਧਿਆਨ ਨਾਲ ਸੁਣਨਾ। ਠੀਕ ਹੈ, ਕਿ ਦੱਖਣੀ ਪਹਾੜੀ ਸ਼੍ਰੇਣੀ ਕਿਹੜੀ ਹੈ? ਦੱਖਣੀ ਪਹਾੜੀ ਸ਼੍ਰੇਣੀ ਨੂੰ ਆਪਾਂ ਨੀਲਗਿਰੀ ਦੀਆਂ ਪਹਾੜੀਆਂ ਵੀ ਕਹਿੰਦੇ ਹਾਂ। ਕੀ ਕਹਿੰਦੇ ਹਾਂ? ਨੀਲਗਿਰੀ ਦੀਆਂ ਪਹਾੜੀਆਂ। ਤੇ ਨੀਲਗਿਰੀ ਦੀ ਜਿਹੜੀ ਸਭ ਤੋਂ ਉੱਚੀ ਚੋਟੀ ਹੈ ਜੀ ਕਿਹੜੀ ਹੈ? ਡੋਡਾ ਬੇਟਾ। ਡੋਡਾ ਬੇਟਾ। ਤੇ ਜਿਹੜੀ ਨੀਲਗਿਰੀ ਦੀ ਪਹਾੜੀਆਂ ਨੇ ਕੀ ਕੰਮ ਕਰਦੀਆਂ ਨੇ? ਇਹ ਆਪਣੇ ਪੱਛਮੀ ਤੇ ਪੂਰਬੀ ਘਾਟ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੀਆਂ ਨੇ, ਜਾਂ ਫਿਰ ਪੱਛਮੀ ਤੇ ਪੂਰਬੀ ਘਾਟ ਜਿਹੜੇ ਪੁਆਇੰਟ ਤੇ ਆ ਕੇ ਮਿਲਦੀਆਂ ਨੇ, ਉੱਥੇ ਕਿਹੜੀਆਂ ਪਹਾੜੀਆਂ ਨੇ? ਨੀਲਗਿਰੀ ਦੀ ਪਹਾੜੀਆਂ। ਤੇ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਡੋਡਾ ਬੇਟਾ। ਠੀਕ ਹੈ, ਤੇ ਇਹਨਾਂ ਪਹਾੜੀਆਂ ਵਿੱਚ ਹੀ ਜਿਹੜੇ ਨੇ 3 ਹੋਰ ਪਰਬਤ ਸ਼੍ਰੇਣੀਆਂ ਨੇ, ਕਿਹੜੀਆਂ-ਕਿਹੜੀਆਂ, ਉਹ ਆਪਾਂ ਹੁਣ ਸਟੱਡੀ ਕਰਨ ਜਾ ਰਹੇ ਹਾਂ। ਇੱਕ ਤਾਂ ਹੈ ਜੀ ਦੇਖੋ ਕਾਰਡੇਮਮ ਜਾਂ ਇਲਾਇਚੀ, ਉੱਤਰ ਵਿੱਚ ਅਨਾਮਲਾਈ ਤੇ ਪੂਰਬ ਵਿੱਚ ਪਾਲਣੀ ਪਹਾੜੀਆਂ। ਠੀਕ ਹੈ, ਕਿਹੜੀਆਂ? ਨੀਲਗਿਰੀ ਵਿੱਚ ਹੀ 3 ਪਹਾੜੀਆਂ ਹੋਰ ਨੇ। ਇੱਕ ਹੈ ਕਾਰਡੇਮਮ ਯਾਨੀ ਕਿ ਇਲਾਇਚੀ ਨੂੰ ਜਿਹੜਾ ਹੈ ਆਪਾਂ ਇੰਗਲਿਸ਼ 'ਚ ਕਾਰਡੇਮਮ ਕਹਿੰਦੇ ਹਾਂ, ਇਲਾਇਚੀ ਦੀ ਪਹਾੜੀ। ਜਾਂ ਉੱਤਰ ਦਿਸ਼ਾ ਵਿੱਚ ਜਿਹੜੀ ਹੋਊਗੀ ਅਨਾਮਲਾਈ ਦੀ ਪਹਾੜੀ, ਤੇ ਉੱਤਰ ਪੂਰਬ ਵਿੱਚ ਪਾਲਣੀ ਦੀਆਂ ਸ਼੍ਰੇਣੀਆਂ ਮਿਲਦੀਆਂ ਹਨ। ਠੀਕ ਹੈ, ਤੇ ਇਹ ਜੋ ਹੈ ਆਪਣੀ ਜਿਹੜਾ ਹੈ ਹੁਣ ਕਲਾਸ ਇੱਥੇ ਆਪਣੀ ਖਤਮ ਹੁੰਦੀ ਹੈ। ਜੋ ਆਪਾਂ ਉੱਤਰੀ ਮੈਦਾਨ ਪੜ੍ਹਨੇ ਸੀ ਉਹ ਆਪਾਂ ਸਟੱਡੀ ਕਰ ਲਿਆ, ਤੇ ਇਸ ਤੋਂ ਅੱਗੇ ਆਪਾਂ ਹੈ ਜਿਹੜਾ ਹੈ ਨੈਕਸਟ ਟੋਪਿਕ ਹੁਣ ਕੱਲ੍ਹ ਲੈ ਕੇ ਆਵਾਂਗੇ। ਤਾਂ ਆਈ ਹੋਪ ਤੁਹਾਨੂੰ ਅੱਜ ਦੀ ਕਲਾਸ ਜਿਹੜੀ ਹੈ ਸਮਝ ਲੱਗ ਗਈ ਹੋਏਗੀ, ਕੋਈ ਵੀ ਦਿੱਕਤ ਨਹੀਂ ਹੋਏਗੀ। ਠੀਕ ਹੈ, ਤਾਂ ਕੋਈ ਦਿੱਕਤ ਹੋਏ, ਕਮੈਂਟ ਹੋਏ, ਕੋਈ ਕਨਫਿਊਜ਼ਨ ਹੋਏ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ। ਤੇ ਨਾਲ ਦੀ ਨਾਲ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਵੋ, ਲਾਈਕ ਕਰ ਦੇਵੋ, ਕਮੈਂਟ ਕਰ ਦੇਵੋ, ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਤਾਂ ਕਿ ਆਉਣ ਵਾਲੇ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਏ। ਤੇ ਨਾਲ ਦੇ ਨਾਲ ਡਿਸਕ੍ਰਿਪਸ਼ਨ ਬਾਕਸ ਦੇ ਅੰਦਰ ਟੈਲੀਗ੍ਰਾਮ
ਟੈਲੀਗ੍ਰਾਮ ਚੈਨਲ ਦਾ ਲਿੰਕ ਦਿੱਤਾ ਗਿਆ ਹੈ। ਲਿੰਕ 'ਤੇ ਕਲਿੱਕ ਕਰਕੇ ਤੁਸੀਂ ਚੈਨਲ ਨੂੰ ਵੀ ਜੁਆਇਨ ਕਰ ਲਵੋ। ਉੱਥੇ ਹਰ ਇੱਕ ਤਰ੍ਹਾਂ ਦੀ ਅਪਡੇਟ ਅਤੇ ਤੁਹਾਨੂੰ ਹਰ ਇੱਕ ਕਲਾਸ ਦੀ PDF ਉੱਥੇ ਪ੍ਰੋਵਾਈਡ ਕਰਵਾਈ ਜਾਂਦੀ ਹੈ। ਥੈਂਕ ਯੂ।